ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਬੜਿਆਗੀ, ਪਾਵੈ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ, ਆਪ ਸਮੂਹ ਸਾਧ ਸੰਗਤ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ, ਸ਼ਾਮ ਦੇ ਦੀਵਾਨਾਂ ਵਿੱਚ ਸੂਰਜ ਪ੍ਰਕਾਸ਼ ਇਤਿਹਾਸਕ ਗ੍ਰੰਥ ਵਿੱਚੋਂ ਬੜੇ ਪਿਆਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਜੀ ਦਾ ਤਥਾ ਦੂਸਰੇ ਸਰੋਵਰਾਂ ਦਾ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ। ਜਿਸ ਤਰ੍ਹਾਂ ਸੰਤੋਖਾ ਜੋਗੀ, ਉਹਦੇ ਪ੍ਰਗਟ ਹੋਣ ਦਾ ਪ੍ਰਸੰਗ ਉਹ ਵੀ ਆਪ ਜੀ ਨੇ ਸਰਵਣ ਕੀਤਾ। ਔਰ ਰਜਨੀ ਦੇ ਕੋੜੀਪਤੀ ਦਾ ਤੰਦਰੁਸਤ ਹੋਣਾ, ਇਹ ਦੂਸਰਾ ਕੌਤਕ। ਤੇ ਸੰਗਤਾਂ ਦੇ ਮਨ ਵਿੱਚ ਬੜਾ, ਜਦੋਂ ਕੋਈ ਅਲੌਕਿਕ ਖੇਲ ਵਰਤਦੀ ਹੈ, ਉਤਸ਼ਾਹ ਹੁੰਦਾ ਹੈ। ਕੋੜੀ ਦਾ ਰਾਜੀ ਹੋ ਜਾਣਾ ਔਰ ਸੰਤੋਖੇ ਜੋਗੀ ਦਾ ਲੰਬੇ ਸਮੇਂ ਤੋਂ ਦਸਮ-ਦਵਾਰ ਵਿੱਚ ਪ੍ਰਾਣ ਚੜਾ ਕੇ ਬੈਠਣਾ ਤੇ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਪ੍ਰਗਟ ਹੋਣਾ। ਫਿਰ ਉਹਦੇ ਨਾਲ ਮਹਾਰਾਜ ਦੇ ਬਚਨ ਵਿਲਾਸ, ਕਦੋਂ ਤੋਂ ਬੈਠੇ, ਕਿਸ ਤਰ੍ਹਾਂ ਕਿ ਮੈਂ ਆਪਣੇ ਗੁਰੂ ਜੀ ਦੀ ਆਗਿਆ ਨਾਲ ਬੈਠਾ ਸੀ, ਗਿਆਨ ਵਾਸਤੇ ਬੇਨਤੀ ਕੀਤੀ। ਉਹਨਾਂ ਨੇ ਹੁਕਮ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ 5ਵੇਂ ਸਰੂਪ, ਜਦੋਂ ਉਹਨਾਂ ਦੇ ਤੁਸੀਂ ਦਰਸ਼ਨ ਕਰੋਗੇ, ਉਹ ਤੁਹਾਨੂੰ ਫਿਰ ਇਹ ਆਤਮਾ ਗਿਆਨ ਦੀ ਜਿਹੜੀ ਅਵਸਥਾ ਹੈ, ਬਖਸ਼ਿਸ਼ ਕਰਨਗੇ। ਇਹ ਕੌਤਕਾਂ ਨੂੰ ਦੇਖਣ ਤੋਂ ਸੰਗਤਾਂ ਦੇ ਮਨ 'ਚ ਬੜੀ ਅਚਰਜਤਾ ਤੇ ਸ਼ਰਧਾ ਵੀ ਬੜੀ ਮਹਾਨ ਬਣ ਗਈ ਸੀ। ਇਹ ਪ੍ਰਸੰਗ ਬੜੇ ਪਿਆਰ ਦੇ ਨਾਲ ਆਪ ਜੀ ਗਿਆਨੀ ਜੀ ਤੋਂ ਸਰਵਣ ਕਰਦੇ ਆ ਰਹੇ ਹੋ।
ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ 18 ਗੁਰਪੁਰਬ ਆ ਰਿਹਾ ਮਗਰ ਮਹੀਨੇ, ਔਰ ਉਸ ਤੋਂ ਅਗਲਾ ਜੋ ਸਾਲ 2019 ਹੈ, 550 ਸਾਲਾ ਅਵਤਾਰ ਪੁਰਬ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵਿਖੇ ਵੀ, ਔਰ ਹੁਣ ਪੰਜਾਬ ਦੀ ਧਰਤੀ ਵਿੱਚ ਨਨਕਾਣਾ ਸਾਹਿਬ ਤੋਂ ਉੱਤਰ ਸੁਲਤਾਨਪੁਰ ਲੋਧੀ ਮਹਾਰਾਜ ਦੇ ਪਰਮ ਪਵਿੱਤਰ ਸਥਾਨ ਹਨ। ਕਿਉਂਕਿ ਹਜ਼ੂਰ ਪਾਤਸ਼ਾਹ ਜੀ ਨੇ 1469 ਈਸਵੀ 1526 ਵਿਕਰਮੀ ਸੰਮਤ ਕਾਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਹਿਤਾ ਕਲਿਆਣ ਚੰਦਰ ਜੀ ਅਤੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਬਾਲ ਲੀਲਾ ਬਾਲ ਚੋਜ ਇਸ ਬਾਰ ਦੇਸ਼ ਦੇ ਇਲਾਕੇ ਵਿੱਚ ਹੋਏ। ਉਹ ਹਜ਼ੂਰ ਪਾਤਸ਼ਾਹ ਜੀ ਦੇ ਭੈਣ ਧੰਨ ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦੀ ਸ਼ਾਦੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਭਾਈਆ ਜੈ ਰਾਮ ਜੀ ਦੇ ਨਾਲ ਉਹਨਾਂ ਦਾ ਸੰਯੋਗ ਹੋਇਆ, ਔਰ ਉਹਨਾਂ ਦੀ ਪ੍ਰੇਰਨਾ ਔਰ ਪਿਆਰ ਦੇ ਸਦਕਾ ਗੁਰੂ ਮਹਾਰਾਜ 15 ਸਾਲ ਦੀ ਸਰੀਰਕ ਉਮਰ ਵਿੱਚ ਇਸ ਨਗਰ ਵਿੱਚ ਪਹੁੰਚੇ। ਸੁਲਤਾਨ ਖਾਨ ਲੋਧੀ ਨੇ ਇਹਦਾ ਪਹਿਲਾ ਨਾਮ ਬਦਲ ਕੇ ਇਹਦਾ ਨਾਮ ਸੁਲਤਾਨਪੁਰ ਲੋਧੀ ਰੱਖ ਦਿੱਤਾ। ਲੋਧੀ ਪਠਾਣਾ ਦਾ ਗੋਤ ਹੈ, ਜਿਵੇਂ ਲੁਧਿਆਣਾ ਲੋਧੀਆਂ ਦਾ ਆਣਾ, ਲੋਧੀ ਆਏ ਤੇ ਸਿੱਧਾ ਲੁਧਿਆਣਾ ਬਣ ਗਿਆ। ਸੋ ਇਸ ਵਾਸਤੇ ਇਸ ਨਗਰ ਵਿੱਚ ਹੀ ਮਹਾਰਾਜ ਦੀ ਕੁੜਮਾਈ ਮੰਗਣੀ ਦੀ ਰਸਮ ਹੋਈ। ਇਸ ਨਗਰ ਚੋਂ ਵਿਆਹ ਵਾਸਤੇ ਬਰਾਤ ਚੜੀ, ਔਰ ਬਟਾਲੇ ਸਤਿਕਾਰਯੋਗ ਬਾਬਾ ਮੂਲ ਚੰਦ ਜੀ ਅਤੇ ਸਤਿਕਾਰਯੋਗ ਮਾਤਾ ਚੰਦੋ ਰਾਣੀ ਦੀ ਹੋਣਹਾਰ ਸਪੁੱਤਰੀ ਮਾਤਾ ਚੋਣੀ ਜਗਤ ਮਾਤਾ ਸੁਲੱਖਣੀ ਜੀ ਦੇ ਨਾਲ ਮਹਾਰਾਜ ਦਾ ਸੰਯੋਗ ਹੋਇਆ। ਔਰ ਸੁਲਤਾਨਪੁਰ ਲੋਧੀ ਨਗਰ ਦੇ ਅੰਦਰ ਹੀ ਬਾਬਾ ਸ਼੍ਰੀ ਚੰਦ ਔਰ ਲਖਮੀ ਦਾਸ 1552 ਤੇ 1553 ਇਹਨਾਂ ਸੰਮਤਾਂ ਵਿੱਚ ਅਵਤਰਨ ਹੋਇਆ। ਉਹ ਪਵਿੱਤਰ ਸਥਾਨ ਦਾ ਨਾਮ ਜੋ ਬੇਬੇ ਨਾਨਕੀ ਦਾ ਗ੍ਰਹਿ ਸੀ ਅਵਤਰਨ ਹੋਇਆ, ਅੱਜ ਉਸ ਦਾ ਨਾਮ ਗੁਰਦੁਆਰਾ ਗੁਰੂ ਕਾ ਬਾਗ ਹੈ। ਉਹ ਪੁਰਾਤਨ ਖੂਹੀ ਜਿਸ ਦੇ ਜਲ ਨਾਲ ਗੁਰੂ ਮਹਾਰਾਜ ਨੂੰ ਲੰਗਰ ਪਾਣੀ ਤਿਆਰ ਕਰਕੇ ਉਹਨਾਂ ਦੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਸੇਵਾ ਨਿਭਾਉਂਦੇ ਰਹੇ ਮੌਜੂਦ ਹੈ। ਤੇ ਹੁਣ ਨਵਾਂ ਸਥਾਨ ਤਕਰੀਬਨ ਤਿਆਰ ਹੋ ਗਿਆ ਤੇ ਸੰਗਤ ਨੂੰ ਸਮਰਪਿਤ ਕੀਤਾ ਜਾਣਾ ਹੈ। ਔਰ ਇਹ ਪਵਿੱਤਰ ਸਥਾਨ ਹੈ ਜਿੱਥੇ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਪਿਤਾ ਜੀ, ਉਹਨਾਂ ਦੇ ਸੱਸ ਸਹੁਰਾ, ਨਾਨਾ ਨਾਨੀ, ਮਾਮਾ ਮਾਮੀ ਅਤੇ ਹੋਰ ਵੀ ਜਿਹੜੇ ਨਜ਼ਦੀਕੀ ਰਿਸ਼ਤੇਦਾਰ, ਉਹਨਾਂ ਦਾ ਵੀ ਆਉਣਾ ਹੋਇਆ। ਔਰ ਦੂਸਰਾ ਸਥਾਨ ਸਾਧ ਸੰਗਤ ਜੀ ਹਟ ਸਾਹਿਬ ਮੋਦੀ ਖਾਨਾ, ਜਿੱਥੇ ਪਾਤਸ਼ਾਹ ਧਰਮ ਦੀ ਕਿਰਤ ਦੀ ਵਿਸ਼ੇਸ਼ਤਾ ਦੱਸਣ ਵਾਸਤੇ ਕੌਤਕ ਕਰਦੇ ਸੀ ਕਿ ਧਰਮ ਦੀ ਕਿਰਤ ਵਿੱਚ ਹਮੇਸ਼ਾ ਵਾਧਾ ਰਹਿੰਦਾ। ਉਹ 14 ਵੱਟੇ ਕੱਚੇ ਤੋਲ ਦੇ ਪਾਤਸ਼ਾਹ ਦੇ ਦਸਤਾਵਰ ਹਸਤ ਕਮਲਾਂ ਦੀ ਸ਼ੋਭ ਵਾਲੇ ਅੱਜ ਵੀ ਮੌਜੂਦ ਹੈ, ਉਸ ਯਾਦ ਨੂੰ ਤਾਜ਼ਾ ਕਰਦੇ ਹਨ। ਇਸੇ ਸਥਾਨ ਤੇ ਮਲਸੀਆਂ ਨਗਰ ਤੋਂ ਭਾਈ ਭਗੀਰਥ ਜੀ, ਜੋ ਕਾਲੀ ਦੇਵੀ ਦੇ ਉਪਾਸ਼ਕ ਸਨ,
ਜਿਹਦੀ ਕੋਈ ਉਪਾਸਨਾ ਕਰਦਾ ਹੈ, ਜੇ ਉਹ ਪੂਰੀ ਹੋ ਜਾਏ, ਅਪਾਸਦੇਵ ਪ੍ਰਗਟ ਹੋ ਜਾਂਦਾ ਹੈ। ਕਾਲੀ ਦੇਵੀ ਪ੍ਰਗਟ ਹੋਈ, ਪੁੱਛਿਆ, ਭਗਤਾ ਕਿਉਂ ਯਾਦ ਕਰ ਰਿਹਾ? ਕਹਿਣ ਲੱਗੇ, ਮਾਤਾ ਜੀ ਮੁਕਤੀ। ਕਹਿੰਦੇ, ਮੈਂ ਤਾਂ ਦੁਨਿਆਵੀ ਪਦਾਰਥਾਂ ਦੇ ਵਰ ਦੇ ਸਕਦੀ ਹਾਂ, ਮੁਕਤੀ ਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਕਲਯੁਗ ਨੂੰ ਤਾਰਨ ਵਾਸਤੇ ਅਵਤਾਰ ਧਾਰ ਕੇ ਆਏ ਹੈ ਤੇ ਇਸ ਵੇਲੇ ਸੁਲਤਾਨਪੁਰ ਲੋਧੀ ਮੋਦੀ ਖਾਨੇ ਦੀ ਕਿਰਤ ਕਰ ਰਹੇ ਹੈ। ਇਹ ਦਾਤ ਉਹਨਾਂ ਤੋਂ ਮਿਲੇਗੀ। ਜਿਵੇਂ ਪ੍ਰਾਇਮਰੀ ਦਾ ਟੀਚਰ ਮਿਡਲ ਵਾਲੇ ਕੋਲ ਭੇਜ ਦਿੰਦਾ, ਮਿਡਲ ਵਾਲਾ ਹਾਈ ਕਲਾਸਾਂ, ਹਾਈ ਵਾਲੇ ਉੱਪਰਲੀਆਂ ਕਲਾਸਾਂ, ਕਿਸੇ ਦੀ ਵੀ ਸੇਵਾ ਕਰਦੇ ਹੋ ਵਿਅਰਥ ਨਹੀਂ ਜਾਂਦੀ। ਸੋ ਇੱਥੇ ਆ ਗਏ, ਮਹਾਰਾਜ ਕਹਿਣ ਲੱਗੇ, ਆ ਵੀ ਕਾਲੀ ਦੇਵ ਦਾ ਉਪਾਸ਼ਕਾ ਭਾਈ ਭਗੀਰਥ ਯਕੀਨ ਹੋ ਗਿਆ। ਮਹਾਰਾਜ ਵੱਲੋਂ ਫਿਰ ਉਹਨਾਂ ਨੂੰ ਦਾਤਣ ਤੇ ਇਸ਼ਨਾਨ ਦੀ ਸੇਵਾ ਮਿਲ ਗਈ। ਉਹ ਰੋਜ਼ਾਨਾ ਫਿਰ ਦਾਤਣ ਲੈ ਕੇ ਮੁੱਖ ਮਾਂਜਣਾ। ਪੂਰੇ 1 ਵਜੇ ਜਦੋਂ ਮਹਾਰਾਜ ਬੇਈ ਨਦੀ ਇਸ਼ਨਾਨ ਕਰਕੇ ਨਿਜਾਨੰਦ ਵਿੱਚ ਬੈਠਦੇ ਸੀ, ਇਸ਼ਨਾਨ ਕਰਕੇ ਹਾਜ਼ਰੀ ਭਰਦੇ ਸੀ ਤੇ ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ ਬਿਨਾਂ ਨਾਗੇ। ਤੇ ਮਹਾਰਾਜ ਕਹਿਣ ਲੱਗੇ, ਅੱਜ ਦਾਤਣ ਕਾਹਦੀ ਹੈ? ਕਹਿਣ ਲੱਗੇ, ਜੀ ਬੇਰੀ ਦੀ। ਉਹ ਦਾਤਣ ਕਰਕੇ ਮਹਾਰਾਜ ਨੇ ਗੱਡ ਦਿੱਤੀ ਨਦੀ ਦੇ ਕਿਨਾਰੇ। ਕਹਿੰਦੇ, ਤੇਰੀ ਸੇਵਾ ਪ੍ਰਵਾਨ ਆਖਰੀ ਬੇਰੀ ਦੀ। ਉਹ ਬੇਰ ਸਾਹਿਬ ਅੱਜ ਵੀ ਮੌਜੂਦ ਹੈ। ਉਹਦੇ ਨਾਂ 'ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਬੇਰ ਸਾਹਿਬ ਹੈ। ਸਮੇਂ ਸਮੇਂ ਨਾਲ ਸੇਵਾ ਹੁੰਦੀ ਰਹੀ। ਫਿਰ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਜੀ, ਕਿਉਂਕਿ ਉਹ ਫਿਰ ਰੋਮਾਂ ਦੀ ਬੇਅਦਬੀ ਕਰ ਦਿੱਤੀ ਸੀ, ਉਹਨਾਂ ਦੇ ਸੰਤਾਨ ਬੰਦ ਹੋ ਗਈ ਸੀ। ਕਿਉਂਕਿ ਦਸਮ ਪਾਤਸ਼ਾਹ ਦੇ ਬਚਨ ਆ, ਜਿਹੜਾ ਗੁਰਸਿੱਖੀ ਵਿੱਚ ਉਹਦੀ ਜੜ ਹਰੀ, ਜਿਨ ਸਿੱਖੀ ਛੱਡੀ ਉਹਦੀ ਜੜ ਸੁੱਕੀ। ਫਿਰ ਉਸਨੇ ਮੰਨਤ ਮੰਨੀ ਗੁਰੂ ਮਹਾਰਾਜ ਦੀ ਕਿ ਜਿਹੜਾ ਮੇਰੇ ਸ਼ਹਿਜ਼ਾਦਾ ਹੋਏਗਾ ਉਹਨਾਂ ਨੂੰ ਜਟਾ ਜੂਟ ਰੱਖਾਂਗਾ, ਆਪ ਦਾਤ ਬਖਸ਼ੋ। ਮਹਾਰਾਜ ਦੀ ਕਿਰਪਾ ਹੋਈ ਕਿ ਮਹਾਰਾਜਾ ਨੇ ਇਸ ਪਵਿੱਤਰ ਸਥਾਨ ਦੀ ਸੇਵਾ ਕਰਾਈ ਔਰ ਪਾਲਕੀ ਦੀ ਸੇਵਾ ਮਹਾਰਾਣੀ ਨੇ ਕੀਤੀ। ਔਰ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਪਤੀ ਔਰ ਅਰਜਨ ਸਿੰਘ ਬਾਗੜੀਆ, ਉਹਨਾਂ ਨੇ ਫਿਰ ਆ ਕੇ ਉਦਘਾਟਨ ਕੀਤਾ। ਉਹਨਾਂ ਦੇ ਸ਼ਿਲਾ ਲੇਖ ਲੱਗੇ ਹੋਏ ਆ। ਇਸ ਜਗ੍ਹਾ ਇੱਕ ਫਕੀਰ ਰਹਿੰਦਾ ਸੀ, ਉਹਦਾ ਨਾਮ ਸੀ ਸਾਈਂ ਅੱਲਾ ਦਿੱਤਾ। ਬੰਦਗੀ ਕਰਦਾ ਸੀ, ਖਰਬੂਜਾ ਰੱਖਣਾ, ਨਾਟਕੀ ਚੇਟਕੀ ਕਰਨੀ, ਫਿਰ ਕਹਿਣਾ ਵਰਤਾਓ। ਉਹ ਇਸ ਤਰ੍ਹਾਂ ਦੀ ਖੇਲ ਹੋਣੀ ਕਿ ਉਹ ਸਫਲ ਨਾ ਹੋਣਾ। ਤੇ ਗੁਰੂ ਮਹਾਰਾਜ ਨੂੰ ਵੀ ਉਹ ਖਰਬੂਜਾ ਭੇਟ ਕੀਤਾ ਤੇ ਗੁਰੂ ਮਹਾਰਾਜ ਨੇ ਉਹਦੀਆਂ ਫਾੜੀਆਂ ਕਰਕੇ 2 ਫਾੜੀਆਂ ਉਸ ਨੂੰ ਦਿੱਤੀਆਂ, ਬਾਕੀ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਦੇ ਦਿੱਤੀਆਂ। ਕਹਿਣ ਲੱਗਾ, ਮਹਾਰਾਜ ਤਾਂ ਠੀਕ ਹੈ, ਇਹਨੂੰ ਸਾਬਤ ਕਰੋ। ਉਹ ਛਿਲੜ ਇਕੱਠੇ ਕੀਤੇ, ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਸਾਬਤ ਹੋਇਆ ਤੇ 2 ਕਤਲੀਆਂ ਮੌਜੂਦ ਨਹੀਂ ਸੀ। ਕਹਿਣ ਲੱਗਾ, ਮਹਾਰਾਜ ਇਹ ਵੀ? ਕਹਿੰਦੇ, ਅਸੀਂ ਆਪਣੇ ਤੇ ਆਪਣੀ ਸੰਗਤ ਦੇ ਜ਼ਿੰਮੇਵਾਰ ਹਾਂ। ਇਹ ਸਾਈਂ ਜੀ ਤੁਸੀਂ ਖਾਧੀਆਂ, ਤੁਸੀਂ ਜੋੜੋ। ਗੱਜ ਕੇ ਬੋਲੋ। ਫਿਰ ਉਹ ਚਰਨੀ ਡਿੱਗ ਪਏ ਕਿ ਪਾਤਸ਼ਾਹ ਮੈਂ ਤਾਂ ਇਹ ਜਿਹਾ ਕਰਦਾ ਸੀ, ਜਿਹਦੇ 'ਚ ਸਮਰੱਥਾ ਹੋਏਗੀ ਉਹਨੂੰ ਮੈਂ ਮੁਰਸ਼ਦ ਬਣਾਵਾਂਗਾ। ਉਸ ਤੋਂ ਮੈਨੂੰ ਫਿਰ ਆਗਮ ਨਿਗਮ ਦੀ ਜਿਹੜੀ ਸੋਝੀ ਹੈ ਉਹ ਪ੍ਰਾਪਤ ਹੋਏਗੀ। ਉਹਦਾ ਫਿਰ ਉਪਨਾਮ ਖਰਬੂਜਾ ਸ਼ਾਹ ਵੀ ਪੈ ਗਿਆ ਤੇ ਅੱਜ ਉਹਨਾਂ ਦੀ ਉਹ ਜਿਹੜੀ ਸਮਾਧ ਹੈ ਉਹ ਨਾਲ ਹੀ ਹੈ ਸਥਾਨ ਦੇ। ਫਿਰ ਉਹ ਮਹਾਰਾਜ ਦਾ ਜੋ ਆਸਨ, ਜਿੱਥੇ ਪਾਤਸ਼ਾਹ ਸੁਸ਼ੋਭਿਤ ਸੁਭਾਏਮਾਨ ਹੋ ਕੇ ਆਪਣੇ ਸਵੈਂ ਸਰੂਪ ਵਿੱਚ ਜੁੜਦੇ ਸੀ, ਮਹਾਰਾਜ ਦੇ ਆਉਣ ਤੋਂ ਪਹਿਲਾਂ ਸਾਰਾ ਉਹ
ਉਹਦੀ ਸੇਵਾ, ਆਸਣ ਵਿਛਾਉਣਾ ਪੂਰੀ ਤਿਆਰੀ ਕਰਦੇ ਸੀ। ਔਰ ਇਸੇ ਅਸਥਾਨ ਤੋਂ ਫਿਰ ਮਹਾਰਾਜ ਨੇ ਕੌਤਕ ਵਰਤਾਇਆ। 3 ਵਾਰੀ ਲੇਖਾ ਜੋਖਾ ਹੋਇਆ, 2 ਵਾਰੀ ਵਾਧਾ ਨਿਕਲਿਆ, ਤੀਸਰੀ ਵਾਰੀ ਫਿਰ, ਕਿਉਂਕਿ ਮਹਾਰਾਜ 13 ਦੀਆਂ ਧੜੀਆਂ ਤੋਲਦੇ ਤੋਲਦੇ 13 ਆਨੰਦ ਸਰੂਪ 'ਚ ਲਿਵਲੀਨ ਹੋ ਜਾਂਦੇ ਸੀ। ਕਿਉਂਕਿ ਉਹਨਾਂ ਦਿਨਾਂ 'ਚ ਅੰਨ ਦਾ ਲਗਾਨ ਲਿਆ ਜਾਂਦਾ ਸੀ। ਜੋ ਮਹਾਰਾਜ ਨੂੰ ਮਤਲਬ ਪ੍ਰੋਫਿਟ ਮਿਲਦਾ ਸੀ ਉਹਦੇ 3 ਹਿੱਸੇ ਕਰਦੇ ਸਨ। ਇੱਕ ਬੰਦਗੀ ਵਾਲੇ ਸੰਤਾਂ ਮਹਾਂਪੁਰਸ਼ਾਂ ਲਈ, ਇੱਕ ਗਰੀਬ ਗੁਰਵੇ ਲਈ, ਇੱਕ ਆਪਣੇ ਪਰਿਵਾਰਕ ਖਰਚੇ ਵਾਸਤੇ। 2 ਹਿੱਸੇ ਤਾਂ ਸੰਗਤ ਦੀ ਸੇਵਾ 'ਚ ਜਾਂਦੇ ਸੀ, ਜਸ ਹੋਣਾ ਹੀ ਹੈ। ਨਿੰਦਕਾਂ ਨੂੰ ਸਿਰਫ ਬਾਦਸ਼ਾਹ ਦਾ ਖਜ਼ਾਨਾ ਲਟਾਈ ਜਾਂਦੇ। ਬਚਨ ਇਹ ਸੀ। ਫਿਰ ਮਹਾਰਾਜ ਨੇ ਇਸ਼ਨਾਨ ਦੇ ਬਹਾਨੇ ਉਹਨਾਂ ਨੇ ਲੀਲਾ ਵਰਤਾਈ। ਜੋ ਜਨਮ ਸਾਖੀ ਵਾਲੇ ਪੁਰਾਤਨ ਜਾਂ ਭਾਈ ਬਾਲਾ ਲੇਖ ਹੈ ਜਾਂ ਨਾਨਕ ਪ੍ਰਕਾਸ਼ ਵੀ ਹਜ਼ੂਰ ਸੱਚਖੰਡ ਗਏ। ਅਕਾਲ ਪੁਰਖ ਦੇ ਨਾਲ ਉਹਨਾਂ ਦੇ ਬਚਨ ਵਿਲਾਸ ਹੋਏ ਕਿ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਰਿਸ਼ੀ ਭੇਜੇ ਉਹ ਭੇਜੇ ਤਾਂ ਸੀ ਉਸ ਅਕਾਲ ਪੁਰਖ ਦਾ ਨਾਮ ਜਪਾਉਣ ਲਈ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣੋ ਰਾਹ ਚਲਾਇਓ। ਪਾਰ ਬ੍ਰਹਮ ਕਿਨਹੂ ਨਾ ਪਛਾਨੋ। ਕਹਿਣ ਲੱਗੇ ਜਾ ਕੇ ਨਾਮ ਜਪਾਓ। ਕਹਿੰਦੇ ਮਹਾਰਾਜ ਫਿਰ ਕਿਹੜਾ ਨਾਮ? ਫਿਰ ਮਹਾਰਾਜ ਨੇ ਜੋ ਬਾਣੀ ਹੋਈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ 36 ਅੱਖਰ ਹੈ, 9 ਇਹਦੇ ਵਿਸ਼ੇਸ਼ਣ ਹੈ। ਇਹ ਦਾਤ ਬਖਸ਼ੀ। ਜਦੋਂ ਫਿਰ ਮਹਾਰਾਜ ਧਰਮ ਦਾ ਚੱਕਰ ਚਲਾ ਕੇ ਸੱਚਖੰਡ ਗਏ, ਫਿਰ ਪੁੱਛਿਆ ਵੀ ਕਿਸ ਤਰ੍ਹਾਂ ਨਾਮ ਜਪਾਇਆ। ਫਿਰ ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਆ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰ ਪ੍ਰਸਾਦਿ ਉੱਪਰੋਂ ਅਕਾਲ ਪੁਰਖ ਵੱਲੋਂ ਇਹ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸੋ ਫਿਰ ਉਸ ਤੋਂ ਅੱਗੇ ਜਪਜੀ ਸਾਹਿਬ ਦੀਆਂ ਪੌੜੀਆਂ ਅੰਤਮ ਸ਼ਲੋਕ ਹੈ। ਇਹ ਮੰਗਲਾਚਰਨ ਦਾ ਸ਼ਲੋਕ ਤੇ ਅੰਤ ਵਿੱਚ ਇਹ ਹੀ ਸੁਖਮਨੀ ਸਾਹਿਬ ਵਿੱਚ ਵੀ ਬਾਬਾ ਸ਼੍ਰੀ ਚੰਦ ਜੀ ਨੇ ਉਚਾਰਿਆ। ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਕਿਰਪਾ ਕਰ ਰਹੇ ਸੀ, ਇਹ ਸ਼ਲੋਕ ਮਹਾਰਾਜ ਨੇ ਇੱਥੇ ਬਿਰਾਜਮਾਨ ਕਰਨਾ ਸੀ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਨਹੀਂ ਕਰਨੀ। ਇਹ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਬਾਰਠ ਸਾਹਿਬ ਗਏ ਕਿ ਆਪ ਕਿਰਪਾ ਕਰੋ। ਕਹਿੰਦੇ ਪਿਤਾ ਗੁਰੂ ਦੀ ਬਰਾਬਰੀ ਮੈਂ ਵੀ ਨਹੀਂ ਕਰ ਸਕਦਾ। ਤੁਸੀਂ ਉਹਨਾਂ ਦੀ ਗੱਦੀ ਤੇ ਤੁਹਾਨੂੰ ਅਧਿਕਾਰ ਆ, ਸਾਨੂੰ ਅਧਿਕਾਰ ਨਹੀਂ। ਕਹਿਣ ਲੱਗੇ ਨਹੀਂ। ਫਿਰ ਆਪ ਉਹਨਾਂ ਨੇ ਫਿਰ ਇੱਕ ਮਾਤਰਾ ਲਘੂ ਹੁੰਦੀ ਹੈ, ਇੱਕ ਪਲੋਤ ਹੁੰਦੀ ਹੈ, ਇੱਕ ਦੀਰਘ ਹੁੰਦੀ ਹੈ। ਪਲੋਤ ਹੁੰਦੀ ਜਿਹੜੀ ਮੀਡੀਅਮ। ਹੁਣ ਸਿੰਘ ਸੰਥਿਆ ਕਰਾ ਕੇ ਆਏ। ਕਈ ਵਾਰੀ ਅਕਸ਼ਰ ਦੇ ਚਰਨ ਵਿੱਚ ਔਂਕੜ ਵੀ ਹੁੰਦਾ, ਉੱਤੇ ਹੋੜਾ ਵੀ ਹੁੰਦਾ, ਉੱਥੇ ਮੀਡੀਅਮ ਆਵਾਜ਼ ਹੁੰਦੀ ਹੈ, ਦਰਮਿਆਨੀ। ਸੋ ਇਸ ਵਾਸਤੇ ਫਿਰ ਉਹਨਾਂ ਨੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਰਥ ਉਹੀ ਹੈ, ਮਾਤਰਾ ਥੋੜਾ ਫਰਕ ਪਾਇਆ। ਸੋ ਇਸ ਵਾਸਤੇ ਅੱਜ ਗੁਰਸਿੱਖ ਜਿਹੜੇ ਆ ਉਹ ਕਹਿੰਦੇ ਪਏ ਅਕਾਲ ਪੁਰਖ ਜੀ ਵੱਲੋਂ ਉਹਨਾਂ ਨੂੰ ਇਹ ਬਖਸ਼ਿਸ਼ ਹੋਈ। ਸਾਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਹੈ ਤੇ ਸਾਨੂੰ ਫਿਰ ਉਹਨਾਂ ਵੱਲੋਂ ਜੋ ਬਖਸ਼ਿਸ਼ ਉਹ ਵੀ ਨਾਲ ਰਲਾ ਕੇ ਪੜ੍ਹਨੀ ਚਾਹੀਦੀ ਹੈ। ਤੇ ਬਹੁਤਿਆਂ ਨੇ ਇਹਦੇ ਤੇ ਬਾਦ ਬਣਾਇਆ ਹੋਇਆ, ਉਹ ਨਹੀਂ ਚਾਹੀਦਾ। ਅਸੀਂ ਨਾ ਤਾਂ ਗੁਰਪ੍ਰਸਾਦ ਤੇ ਪੜ੍ਹਨਾ, ਨਾ ਹੋਸੀ ਤੇ ਟਿੰਡ ਵਿੱਚ ਕਾਨਾ ਪਾਉਣਾ।
होर गल कोई नहीं। पूरे का किया सब कुछ पूरा, घट वध किश ना। ये तो सारी चीज़ शरधा भगती के उत्ते साध संगत जी खड़ी है। पर असीं माड़ी माड़ी गल के उत्ते बाद महाराज के अवतार से भी कतक के विसाख समझते नहीं। हुण जे तो आयुर्वेद ग्रंथ पढ़िया होवे फिर तो पता होवे। हुण असीं पढ़े है, सानूं पता है ना विचारां दा। बाणी च भी दस्सिया होया गड़ेंदियां 6 माह तुड़ेंदियां 1 खिनो। क्योंकि पहला एक निम्मण की अवस्था हुंदी है, एक जम्मण की हुंदी है, शिशु अवस्था, बाल अवस्था, प्रौढ़ी अवस्था, अध खड़िया, बुढ़ापा ते मौत है। ये 6 हालतां विच गुजरदा खट बकारी कहा गया। सो इस वास्ते अजुर्वेद ने मन्निया कि जिहड़ा साडा शरीर का कलबूत है ये 4 महीनों विच पूरा हुंदा। पहला जीवात्मा नहीं हुंदी। जीवात्मा जिहड़ी है वह तालू राही प्रवेश करती है। इसे करके 10वें द्वार के उत्ते केस हुंदे आ ते साडी जिहड़ी मेन शक्ति डॉक्टर भी कहंदे वो ब्रेन विच है। सारे शरीर का कंट्रोलर इंद्रियां का ब्रेन ही है। सो इस वास्ते हुण उस तो बाद 6 महीने ला लो, 6 ते 4 10 इन्हां दे अंतर्गत ये जन्म की क्रिया हुंदी है। हुण जिहड़ा भाई मनी सिंह ने लिखिया उन्होंने ये बचन नूं लिखिया ते जे हुण विसाख तो कतक तक गिणीए तो पूरे 6 महीने बनते हैं। 4 महीने हो गिण लो 10 हो गए। तो 10वें गुरु जी का भी अलेख है, मुरपित पूर्व कियोस बयाना, भांत भांत के तीर्थ नन, जब ही जात तरवैणी पए, पुन दान दिन करत बताए, तही प्रकाश हमारा पयो। कि साडी आत्मा का माता के उदर च इलाहाबाद प्रकाश होया, पटना शहर वेखे भव लियो। ते साडा जिहड़ा अवतरण आ वो पटना शहर होया। 2 अखर वरते गए, आत्मा का प्रकाश हुंदा, शरीर का जन्म हुंदा। ते असीं वो जिहड़ियां विचारां इन्हां नूं विचारना नहीं, एवें झगड़े पा के बैठे हैं। कतक के विसाख हुण श्री रामचंद्र जी का सीधा ही है, रामनवमी, शिव जी का शिवरात्रि है, कृष्ण जन्माष्टमी है। असीं महाराज के अवतार दिनां ते भी साडी सहमति नहीं, मूल मंत्र दे उत्ते भी नहीं, ते गुरु ग्रंथ साहब जी नूं मनदे हैं, इहदे ते भी कई वारी इहो जिहियां गल्लां कर लैंदे हैं। इस करके साध संगत जी ना विवादां विच नहीं पैना चाहिए। बाबा श्री चंद दे बचनिया मात्रा विच वाद विवाद मिटावो आपा। ये बात ते विवाद जिहड़े झगड़े ना आपा हंकार भर मिटा दिओ, फिर शंका कोई है नहीं। इस वास्ते साध संगत जी ये बेनती तां कीती है कि कई जिहड़े भुलेखे हैगे आ वो हुण बच्चे आ नैटां ते देखदे आ। अज भी खुशी भी हुंदी है, बड़े गुरसिख अंमृतधारी बच्चे बच्चियां वो बड़े सुंदर सुंदर प्रश्न पुछदे, बहुत खुशी हुंदी है कि पुछदे पुछने चाहिए। फिर वो शंके दूर होंदे, उन्होंने बड़ी संतुष्टि, उन्हां विच बड़ी परपक्वता हुंदी है। तो महाराज की बड़ी मेहर है। हुण संथ्या हो रही सी, उधर भी सुनेहा सी ਸਿੰਘਾਂ ਦਾ समा हो चुकिया सी। सो संथ्या कुदरती भगत जदूसंत सिंह जी उन्होंने मैसेज आ गया कि बहुत साल हो गए मिले नहीं। उत्थे गए, शरीर सियाणा, बड़ा शौक, घंटा लगे रहे लगा मात्रा की सदाई बारे, बड़े महापुरखों के बचन, श्रीमान संत बाबा करतार सिंह जी दे हाले भी किन्ना शौक है उन्होंने। फिर कथा भी सारी रिकॉर्ड की है, नितनेम दियां बाणियां, किन्ना प्यार, किन्ना बाणी दे नाल। बिरध शरीर हो गया, 82-85 साल के बने, पर शौक हाले नौजवानों वाला ही है। याद शक्ति बड़ी काम कर रही। कल सोधी साहब उन्हां दा भी, सारे सिंह भी, बड़ी खुशी है कि जिहड़े सिंह
इधर आ गए। बाबा जी के वेले दर्शन मेले हुंदे सी संगत दे, इत्थे आके होए है। बड़ी प्रसन्नता हुई है कि इत्थे आके भी उन्होंने ये बाणी ब्रह्म विद्या जड़ा निजम उदे चल चला रहे हैं। वो महापुरखों के बचन चेते आते, धन धन बाबा ज्वाला सिंह महाराज जी दे कहते इत्थे दे सिखां ने कुछ नहीं करना, इन्हां तो नहीं होना, बाहर दे करनगे। बाहर आके देखीदा कि अज देखो महापुरखों के बचन वाकया ही साकार रूप हो गया, भी सिखी सारी आए इधर गई। उत्थे दा लीडरां ने नशियां च रोड़ दिता। महाराज कृपा करन। सो साध संगत जी, ये तीसरा स्थान है गुरुद्वारा श्री बेर साहब, जिथे आके महाराज जी ने बख्शिश की। गुरु ग्रंथ साहब महाराज की आरंभता हुई। वो स्थान का नाम है संत घाट। 1.5 मील की दूरी ते बई के किनारे है। उत्थे मरदाना जी ने कहा भी रबाब लैके आओ। रबाब लिया, कहते पसंद नहीं। कहते फिर तू इधर अकबपुरा या कुतुबपुरा जूदा ना भरवाना, फिर उधर चले जा। जंगल आम सी, दरिया का छंभ है। 3 दिन मरदाना जी ढूंढ भाल च रहे। फिर अपराम होके जिले मुड़े, फिर उन्होंने महापुरख मिले, कहते कि इन्हों भाल रहे हैं। कहते जी इस तरह हुक्म लगा सी। कहते आ मेरे को उन्हों की अमानत है, चलो नाल लैके संत घाट आ गए। तो महाराज नूं भेंट कीता रबाब। रबाब का अखरी अर्थ है रब्बे आव। रब दे नाम की तरावट वाला साज। आ जड़ा बाजा है तो इधरों गया, पर हुण तार दे साज जड़े वो बहुत घट गए। रबाब तो बंद ही होया पिया। किते दर्शन नूं नानक सारिया जां सकेत मंडी महाराज सच्चे पातशाह 10वें पातशाह का रबाब है। ये पर विरले वेले रागी मिलते। सो आम कई बारी हुंदा भी पक्के राग। वो एक बारी बड़ा ज्ञानी जी कीर्तन दरबार सी, तो वो कहन देखो जी महाराज ये पक्का राग। मैं क्या महापुरखों राग नहीं है, रीत है। तो दिल्ली वाले रागी सिंह गा रहे थे, गुरचरण सुने। मैं क्या भाई दसो जी। गुरचरण सिंह जी कहते हमारे 70-80 साल पुरानी रीत है। राग जड़ा ये बड़ा बल है। राग नाम प्रेम का। राग तो बराग विच चले जाना। हुण आ खन्ने वाले गुरसिखां का बचन किया, शरदा च भेजे जाते सी। प्यार शरदा ये बखरी चीज। सो इस करके साध संगत जी ते जिस वेले फिर रबाब भेंट किया, महाराज कहते मरदानिया तैनूं ये राग का गुण दिता ही उधरली बोली। महाराज मेरा तो पता ही है, क्योंकि एक विद्या होंदी है जिहड़ी पिंगल काप संगीत वगैरह पढ़ा के आउंदी है। एक विद्या ऐसी है जिहड़ी महापुरखों की बख्शिश ना मिलती है। यह भी एक अलौकिक खेल है। तो महाराज ने यह दात महाराज सच्चे मरदाना जी ने दिती। बजाया तो आम लोगों की रसना ते अल्फाज आ गया। तार मरदाने दी धन गुरु नानक कहती आम लोग। सो इस वास्ते फिर साध संगत जी ये रबाब की दात दी। पहले समय हल्के कुत्ते जदों कटदे सी ते महापुरख जिहड़े मंत्र नाल इलाज करते सी। गुप्त पढ़ना ते अज भी मंत्र हैगे आ जिन्हां हल्के कुत्ते का हल्क लै जांदा। ये प्रतख हैगा, टीके की लोड़ नहीं पैंदी। वो साध संगत जी ते बिरले बिरले कटदे सी। एक बारी फिर वो कुत्ता बहुतियां नूं कट गया कि जे कले कले का मंत्र करन लगे तो जाती दूए हल्क जाणगे। वो फिर संतां ने विचारिया एवं करिए पढ़िए भी इको बारी हल्क भी लै जा सारियां दा। उन्हें उच्चा थड़ा बना के ना उत्ते फिर ढोल दे डगे ना उच्ची सुर च मंत्र पढ़िया, सारियां दा हल्का तारता। दृष्टांत दा दृष्टांत फिर अगे लोभ रूपी कुत्ता बिरलियां बिरलियां नूं कटदा सी।
कलयुग दे विच बड़ा प्रभाव हो गया। तो वो जिहड़े संत सी गुप्त मंत्र दिंदे सी, चेले चाले गुप्त जपदे सी। गुरु नानक पातशाह ने कहा मरदाना जी जे आपां इउं करदे फिर तां लोभ ने बहुती दुनिया गर कर देनी है। फड़ रवाब। फिर उच्ची सुर दे विच महाराज ने लोभ लहर स्वान हलक है, हलको सबै बगारे, मेरे सतगुर कै दीवान, खबर जां होई, गुर ज्ञान खड़ग लै मारे। जिले उच्ची सुर च फिर कीता, किन्नियां दे लोभ दे हलक उतार दिते पातशाह ने। इस स्थान का नाम है संत घाट। इत्थे ही नाद पैदा होया, शब्द इत्थे ही राग पैदा होया। संत घाट का जिहड़ा स्थान नाद शब्द मूल मंत्र उत्थे आरंभता हुई श्री गुरु ग्रंथ साहिब महाराज जी। उत्थे ही मरदाना जी नूं ये राग की बख्शिश की। इसे स्थान तो कखाए वस्त्र करके चढ़िया सोधन धरत लगाई। संतां दा बाणा पा के तुरिया संत घाट, संतां दा घाट रस्ता उस स्थान का नाम है। सो इस तो अगे फिर जिले दसिया दौलत खान लोधी नूं पहलां दा जाल जूल पाए, चोबे चाबे लाए। मोदी बड़ा चंगा सी, ढूंढ पाल कोई प्राप्ति ना हुई। फिर CID ने दसिया कि वो तो शमशान घाट के नेड़े है, क्योंकि मुसलमानों का जोर सी, सनातनियों को संस्कार नहीं सी कर देंगे कि दफनाओ। फिर वो कहते भाई कंधा कढ़ लो वो अंदर। अज भी वो दुआले कंधा है अंत घाट दे मोहरे शमशान घाट जिथे जोर है। आ हुण अफगानिस्तान सिखां नूं थोड़ी प्रॉब्लम है, संस्कार नहीं कर देंगे। 500-500 मील ते बेचारे धक्के खांदे। बहुते तो आ गए इधर जिहड़े गरीब गुरबे रह गए, क्योंकि अजकल इंसानियत छड्ड के हवान नहीं दरिंदा परिंदा बनिया। ना धर्म का वरतदे ते हालत देख लो, कहते भी धरती दे असीं मालक हां। पर यह धरती जिहड़ी सी ये तां भजन सिमरन वालियां वास्ते बनाई सी। होया कि है ते तस्कर जो नाम ना लेवै पालसा कोट पचासा। यह तां बंदगी वालियां लई पैदा कीती सी। सगली धरती साध की तस्कर बैसे। ये साधु भजन वालियां लई तस्कर राजे रूपी चोरी ते कब्जा करके बह गया। किस तरह का वातावरण संसार से बनया होया। मनुष्य का बैरी बनया जिन्हें जुल्म कर रहे। सो साध संगत जी फिर दौलत खान लोधी का सुनेहा गया पे आओ लेखा जोखा। जादवर आओ ते भवानी दास, ये दोनों शिकायत करते थे। फिर लेखा जोखा होया। वो कोठड़ी सब स्थान कोठड़ी है जिथे नज़रबंद रखिया कि बड़ी या सिफारिश ना निकल। देखो दुनिया कितने दी जाती। महाराज बैठे सी ते उन डखे ना धरती फरोलते सी। वो जैदवरा दी मां कहती बे नानक ये की कर रहे हैं? कहते तेरे पुत दियां जड़ां वढ़ रहे। वो तो डर गई। फिर महाराज गलती उहदी सारियां नूं कहते चंगा गिले गोहे मूंह धुखते रहोगे। उन्होंने बस जी कोई डुडा कोई पिंगला कोई पैंगा इहो जिहे जमदे सी। वो कोहड़ी साहब जी दे लिखा होया 365 रुपए वध निकले। वो जदों मेरा उत्थे जाण दा होया नाल घर सी ते छोटा जिहा ही प्रकाश दा स्थान सी। वो एक दिन माई कहंदी महाराज संगत जिन्नी आउंदी है गलती तो बुढ़ा कर गया, संगत साडे रोज़ खेप आउंदी है। मैं कहा माता जी वो तो गलती कर गया, तुसीं बख्शीश करा लो, महाराज दयालु आ। कहंदी वो किवें? मैं कहा तुसीं पैसे लेने हैं कि जगह लेनी है? जिवें तुहाडी रजा। ये दे दिओ, गुरुद्वारा साहब का कंपाउंड खुला हो जाएगा तो ना तुहानूं कोई देखेगा ना तुहानूं ये गल होएगी। तो महाराज कृपा करनगे। वो फिर श्री मान संत बाबा करतार ठट्टे टिब्बे वाले नूं बचन करके वो फिर उन्होंने माया देती। स्थान खुला हो गया, स्थान बन गया। इहदा नाम है कोठड़ी साहब। फिर वो कहने लगा भी पैसे मारे कहते फकीरां नूं। जद नूं बाबा मूल चंद आ गया, इन्हां दा परिवार भी है,
दौलत खां विचार पे किवें कीता जाए। कहते चलो अद्धो अद्धो दे दो। कहन लगे भी ये निंदक लोगों को बड़ी झाड़ पाई, मोदी सही है फिर किरत। महाराज कहते नहीं, हुण तां जो दरगाह सेवा लगी। कहते की करना, कहते बंदगी। कहते नवाज का समा, ये साखी आप जी ने कई बारी सुनी है। कहते आओ पढ़ो। चले गए। इन्नी भीड़ लोगों तो फिर चर्चा पुठी हो गई कि अज नानक ने मुसलमान हो जाना। भाईया जी तो भी मैं लिया सी, ये सारा भांडा मेरे ते भजना। बेबे जी ने कहा घबराओ ने तो कौत के आए खड़े। उन्होंने निधा परोस सी भेजिया, भीड़ नूं चीर के गया। कोई हिसाब ही ना इन्नी दुनिया। महाराज आनंद अपनी इच्छा च विचर रहा है। वो नवाज पढ़ते जिमें किरिया करते काजी जिले नवाज पूरी हुई। देखो बादशाह सलामत, ये नवाज नहीं पढ़ी। महाराज कहते की देना। बादशाह काबल घोड़े खरीदा, कहता मेरे ना। कहते देखो झूठ बोल रहा। कहते नहीं सच कह रहा। कहते मेरे ना। कहते तेरी घोड़ी बछेरा टोए च ना डिप। फिर दौलत खां की बुद्धि तो पड़दा चक होया, ये मोदी नहीं, ये तो आप खुदा है। खुदा आयद के खुदा है। फिर उन गलती की खिमा मंगी। फिर वो मन च होया ये रोज बेई ते जाते आ मुसलमान जेडे ख्वाजे की पूजा बड़ी करते हैं, ये ख्वाजे नूं मनते हैं तां ये बरकत। महाराज कहते सवेरे जदों इशनान करते आयो बादशाह जले गए, एक दुब पुरख आया, उसने बाहरों नमस्कार। कहते आ दौलत खान दोधी नमस्कार। कहते तुसीं कौन आ? कहते मैं बरन देवता ख्वाजा खिजर। कहते इन्हां दे दरबार विच तां पता नहीं किन्ने क मेरे वर्गे फिरदे, उहदा भुलेखा कढ़ दिता। फिर महाराज बेबे नानकी तो इजाजत लैन आए, सारा परिवार इकट्ठा होया। माता जी भी सत्कारयोग, पिता जी भी, सस सहुरा, असीं बिरद हां, बच्चे मासूम आ, माता जी भी। महाराज कहते हुण बापू जी गल ये आ, संसार ते किन्ने बजुर्ग, किन्ने बच्चे यतीम, किन्नियां लड़कियां बेवा जुल्म हो रहा। हुण उन्हां नाल देखांगे तुहाडे जदों फिर दलील उन्होंने दिमाग च बह गई, उन्हें आप इजाजत दी। पिता माता का शंका निवारण करके फिर महाराज चढ़िया सोधन, धरत लुकाई। सो साध संग जी 550 साला महाराज का अवतार पुरब आज साल का गुरपुरब मनाउण तो बाद अगले साले मनाया जाना। वैसे तो गुरपुरब इन्ना हरमन प्यारा, ये सारे विश्व भर च मनाया जाता, पर 550 साल करके जिवें 350 साल पढ़ने सब कलगीधर पातशाही का अवतार पुरब इत्थे भी मनाउण दीयां तैयारियां। संतां महापुरुषां नूं सरामां दी पार्कां दी सेवा मिली है। कल ही फोन आया सी कि मुख मंत्री भी साधु भी बुलाए सी, ते वो सारियां विचारां जड़ियां चल रही। सो सतगुर सच्चे पातशाह किरपा करन, इन्हां देसां 'च भी कल सगरांद दा भी दिन है। अज मसांत है, मसांत हुंदी है मस जमा अंत, महीने का अंत हो गया। संक्रांत असली अखर है संक्रांति। 12 राशियां होनियां, एक राशि विच सूरज अपना चक्कर पूरा करता। अज उहदी राशि पूरी हो गई, तो जदों अगली राशि प्रवेश करता तो फिर साध संगत जी उस दिन संक्रांति कहते संग मैंने भली प्रकार सूरज क्रांतिकारी होया, दूसरी राशि में प्रवेश करता। अमावस अमीनम चंद्रमा का जदों चंद्रमा नूं सूरज अपने च लोप कर लैंदा, चंद्रमा प्रकाश हुंदा नहीं, काली वाली रात नूं अमावस सिद्धा मस्या कहंदे। पुन्या पूर्णिमा जां पूर्णमाशी, क्योंकि चंद्रमा दी 15 दिन कला घटदियां, 15 दिन वधदियां। जिदण उहदी कला पूरी हुंदी है उसनूं पूर्णिमा जां पूर्णमाशी कह दिंदे हैं, क्योंकि प्रकृति दे नियम है। ते सानूं कईयां नूं वहम है कि ये हिंदू मत दे दिन है,
ਚੰਦ ਦੀ ਜਾਂ ਸੂਰਜ ਦੀ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਰਜਿਸਟਰੀ ਹੋਈ ਹੋ, ਇਹਦਾ ਗ੍ਰਹਿ ਪ੍ਰਕਿਰਤੀ ਦੇ ਆ ਚੱਲ ਰਿਹਾ। ਨਾਰੀਅਲ ਰੱਖ ਦਿਓ, ਇਹ ਜੀ ਹਿੰਦੂ ਮਤ ਆ। ਇਹ ਦੱਸੋ ਕਿਸੇ ਬ੍ਰਾਹਮਣ ਦੇ ਗਿੱਟੇ ਨੂੰ ਲੱਗਦਾ ਹੋਵੇ ਨਾਰੀਅਲ? ਇਹਦਾ ਸਮੁੰਦਰ ਕਿਨਾਰੇ ਬ੍ਰਿਕਸ਼ ਹੁੰਦੇ ਉੱਥੇ ਲੱਗਦਾ। ਔਰ ਸ਼੍ਰੀ ਫਲ, ਸਾਰੇ ਫਲਾਂ 'ਚੋਂ ਸ਼੍ਰੋਮਣੀ ਫਲ ਹੈ। ਜਿਵੇਂ ਸ਼ਾਸਤਰਾਂ 'ਚੋਂ ਇਹ ਸ੍ਰੀ ਸਾਹਿਬ ਹੈ। ਸਰੂਪਾ ਦੇਣਾ, ਕੜਾਹ ਪ੍ਰਸ਼ਾਦ ਨੂੰ ਭੋਗ ਲਵਾਉਣਾ, ਲੰਗਰ ਨੂੰ, ਕਿਸੇ ਨੂੰ ਸਨਮਾਨ ਦੇਣਾ ਔਰ ਬੰਗਾਰ ਦੇਣੀ। ਇਹਦੇ ਦੁਆਰਾ ਸਿੱਖੀ ਪਰਖੀ, ਸੀਸ ਭੇਟ ਲੈ। ਅੰਮ੍ਰਿਤ ਤਿਆਰ ਕਰਕੇ ਬੁਰਕੇ ਛਿੜਕੇ ਸਰਜੀਤ ਕੀਤੇ, ਖੰਡੇ ਦੁਆਰਾ ਖਾਲਸਾ ਸਾਜਿਆ। ਪਰ ਵਿੱਚੇ ਬੜੀ ਤਕੜੀ ਫਿਲਾਸਫੀ ਹੁੰਦੀ ਹੈ, ਵਿਚਾਰਧਾਰਾ ਹੁੰਦੀ ਹੈ। ਅਸੀਂ ਇਹਨਾਂ ਗੱਲਾਂ ਨੂੰ ਸੰਗਤ ਕਰਦੇ ਨਹੀਂ, ਸਮਝਦੇ ਨਹੀਂ। ਛੋਟੀ ਛੋਟੀ ਗੱਲ ਤੇ ਪੰਥ ਵਿੱਚ ਦੁਬਦਾ ਪਾ ਕੇ ਜਿਹੜੇ ਗੁਰਸਿੱਖ ਉਹਨਾਂ ਨੂੰ ਬੜਾ ਪਰੇਸ਼ਾਨ ਕਰਦੇ ਹਨ। ਆਪਣੀ ਪਰੇਸ਼ਾਨੀ ਦੂਏ ਦੀ ਝੋਲੀ 'ਚ ਪਾਈ ਜਾਂਦੇ ਨੇ। ਤੇ ਜੇ ਸਿਆਣਿਆਂ ਪੁਰਸ਼ਾਂ ਦੀ ਸੰਗਤ ਕਰੀਏ ਫਿਰ ਤਾਂ ਸ਼ੰਕੇ ਇਹੋ ਜਿਹਾ ਪੈਦਾ ਹੁੰਦੇ ਹੀ ਨਹੀਂ। ਸੰਗਤ ਕਰਨੀ ਨਹੀਂ ਆਪਣੇ ਢੰਗ ਨਾਲ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਸ਼੍ਰੀ ਫਲ ਆ, ਇਹਨੂੰ ਚੂਹਾ ਨਹੀਂ ਕੱਟ ਸਕਦਾ, ਕੋਈ ਹੋਰ ਜਾਨਵਰ ਬਹੁਤ ਦੇਰ ਰਹਿ ਸਕਦਾ। ਹੁਣ ਮਾਰੇ ਤਾਬਿਆ ਦੁਆ ਫਲ ਰੱਖੋ, ਥੋੜੇ ਫਰਿੱਜਾਂ 'ਚ ਵੀ ਖਰਾਬ ਹੋ ਜਾਂਦਾ। ਇਹ ਫਲਾਂ 'ਚੋਂ ਸ਼੍ਰੋਮਣੀ ਫਲ ਹੈ, ਇਹਨੂੰ ਸ਼੍ਰੀ ਫਲ ਕਹਿੰਦੇ। ਸ਼ਾਸਤਰਾਂ ਵਿੱਚੋਂ ਸ੍ਰੀ ਸਾਹਿਬ ਇਹਨੂੰ ਤਾਂ ਕਹਿੰਦੇ ਸ਼੍ਰੋਮਣੀ ਹੈ। ਸੋ ਮਹਾਰਾਜ ਨੇ 5 ਪੈਸੇ ਨਲੇਰੀਅਰ ਮੱਥਾ ਟੇਕ ਕੇ ਗੁਰੂ ਸਾਹਿਬਾਂ ਨੂੰ 4 ਪਰਿਕਰਮਾ ਕੀਤੀਆਂ। ਜਦੋਂ ਵੱਡੇ ਪੁਰਸ਼ਾਂ ਨੂੰ ਨਮਸਕਾਰ ਕੀਤੀ ਜਾਏ, ਕੋਈ ਫਲ ਜਾਂ ਸੇਵਾ ਭੇਟਾ ਕਰੀਦੀ। ਇਹਨੂੰ ਉੱਤਮ ਫਲ ਜਾਣ ਕੇ ਹੁਣ ਵਿਆਹਾਂ ਸ਼ਾਦੀਆਂ ਆਪ ਬੱਚੇ ਝੋਲੀਆਂ 'ਚ ਪਾਈ ਜਾਂਦੇ ਆ। ਤੇ ਜਦੋਂ ਕੋਈ ਗਜਾ ਬਣਾਉਣੀ ਹੈ ਫਿਰ ਕੋਪੇ ਠੂਠੀਆਂ ਪਾਪਾ ਖਾਂਦੇ ਵੀ ਹੈ। ਤੇ ਜੇ ਗੁਰੂ ਘਰ 'ਚ ਕੋਈ ਮਰਜ਼ਾਦਾ, ਉੱਥੇ ਕਿੰਤੂ ਸ਼ੁਰੂ ਕਰ ਦਿੰਦੇ ਆ, ਛੁਹਾਰੇ ਵੀ ਲਾਈ ਜਾਂਦੇ ਆ। ਆਪ ਸਭ ਕੁਝ ਕਰਦੇ ਆ। ਤੇ ਜੇ ਗੁਰੂ ਘਰ ਜਾ ਜਾਏ ਫਿਰ ਇਹਨਾਂ ਨੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਨੀ। ਸੋ ਇਸ ਵਾਸਤੇ ਇਹ ਮਹਾਰਾਜ ਆਪ ਕਰਕੇ ਗਏ ਆ, ਅਸੀਂ ਤਾਂ ਕੀਤਾ ਨਹੀਂ। ਸੋ ਮਹਾਰਾਜ ਨੇ ਮਰਜ਼ਾਦਾ ਸਾਰੀਆਂ ਬਣਾਈਆਂ। ਤੇ ਇੱਕ ਵਾਰੀ ਬਾਬਾ ਜਵਾਲਾ ਸਿੰਘ ਮਹਾਰਾਜ ਨੂੰ ਕਹਿਣ ਲੱਗੇ, ਜੀ ਇਹ ਘਿਓ ਦੀ ਜੋਤ ਜਗਾਉਂਦੇ ਆ? ਉਹ ਕਹਿੰਦੇ ਭਾਈ ਹਾਂ ਜਗਾਉਂਦੇ ਆ। ਹੁਣ ਜਿਵੇਂ ਦਰਬਾਰ ਸਾਹਿਬ ਕਿੰਨੀ ਪਬਲਿਕ ਆਉਂਦੀ ਹੈ, ਕੋਈ ਕਿਵੇਂ ਕੋਈ ਕਿਵੇਂ, ਇਹ ਬਾਜੂ ਮੰਡਲ ਨੂੰ ਸ਼ੁੱਧ ਰੱਖਦੀ ਹੈ। ਫਿਰ ਮਹਾਂਪੁਰਖਾਂ ਨੇ ਕਿਹਾ ਤੁਸੀਂ ਮਸ਼ੀਨਾਂ ਫਿੱਟ ਕਰ ਲਓ, ਮਿੱਟੀ ਦਾ ਤੇਲ ਬਾਲੋ। ਦੇਖਿਆ ਤਾਂ ਗੰਦੇ ਪਰਮਾਣੂਆਂ ਜਰਾਸੀਮਾਂ ਨਾਲ ਭਰ ਗਿਆ, ਜਿਹੜੇ ਘਿਓ ਸ਼ੁੱਭ ਪਰਮਾਣੂਆਂ ਨਾਲ ਭਰ ਗਿਆ। ਕਹਿੰਦੇ ਹੁਣ ਦੇਖ ਲਓ। ਕੋਈ ਇੱਕ ਮਾਈ ਸੀ ਤੇ ਅਖੰਡ ਪਾਠ ਸਾਹਿਬ ਰੱਖੇ, ਤੇ ਮਾਈ ਬੜੀ ਸਤਸੰਗਣ ਸੀ ਮਹਾਂਪੁਰਸ਼ਾਂ ਦੀ। ਉਹ ਘਿਓ ਦੇ ਦੀਵੇ ਵਾਲੇ, ਉਦੋਂ ਬਿਜਲੀ ਨਹੀਂ ਤੇ ਸੁਗੰਧੀ ਵੀ ਆਉਂਦੀ ਹੈ, ਦਿਮਾਗ ਨੂੰ ਤਰਾਵਟ ਵੀ ਦਿੰਦਾ ਆ। ਕਹਿੰਦੇ ਮਾਈ ਪਾਠੀ ਸੀਗੇ ਉਸ ਤਰ੍ਹਾਂ। ਇਹ ਮਾਈ ਘਿਓ ਫੂਕਣ ਦਾ ਕੀ ਫਾਇਦਾ, ਖਾਣ ਨੂੰ ਦਿਓ। ਕਹਿੰਦੇ ਵੀ ਘਿਓ ਮੈਂ ਫੂਕਦੀ ਆ, ਵੀ ਤੁਹਾਨੂੰ ਕੀ ਫਿਕਰ ਪਿਆ, ਜਦ ਤੁਹਾਤੋਂ ਪੈਸੇ ਲੈ ਕੇ ਜਾਂਦਾ ਹੋਵੇ। ਉਹ ਜਿਹੜੇ ਫਿਰ ਲੰਗਰ ਛਕਣ ਦਾ ਟਾਈਮ ਆਇਆ ਤੇ ਮਿੱਟੀ ਦੇ ਤੇਲ ਸ਼ੱਕਰ 'ਚ ਪਾ ਕੇ ਨਾ, ਮਿੱਟੀ ਦਾ ਤੇਲ ਗ੍ਰੰਥੀਆਂ ਮੋਰੇ ਰੱਖਤਾ। ਕਹਿੰਦੇ ਮਾਈ ਇਹ ਕੀ ਕੀਤਾ? ਕਹਿੰਦੇ ਤੁਸੀਂ ਕਹਿੰਦੇ ਮਹਾਰਾਜ ਮੇਰੇ ਮਿੱਟੀ ਤੇਲ ਦਾ ਕੀ ਫਰਕ ਆ, ਵੀ ਹੁਣ ਤੁਸੀਂ ਛਕ ਲਓ, ਕੀ ਫਰਕ ਆ? ਉਹ ਮਾਈ ਸੁਲਝੋ ਕੰਨ ਫੜਾਤੇ। ਫਿਰ ਕਹਿੰਦੇ ਗਾਹ ਨਹੀਂ ਕਰਦੇ। ਕਈ ਵਾਰੀ ਫਿਰ ਨਹਿਲੇ ਤੇਲਾ ਮਿਲ ਜਾਂਦਾ ਨਾ। ਇਸ ਵਾਸਤੇ ਸਾਧ ਸੰਗਤ ਜੀ, ਇਹ ਜਿਹੜੀਆਂ ਪਰੰਪਰਾਵਾਂ ਮਰਜ਼ਾਦਾ ਹੈਗੀਆਂ, ਇਹ ਕਿਸੇ ਮਨੁੱਖ ਨੇ ਨਹੀਂ ਬਣਾਈਆਂ। ਇਹਨੂੰ ਗੁਰੂ ਮਹਾਰਾਜ ਆਪਣੇ ਸਰਗੁਣ ਸਰੂਪ ਵੇਲੇ ਆਪ ਹੀ ਬਖਸ਼ਿਸ਼ ਕਰਕੇ ਗਏ ਆ। ਜੇ ਉਹ ਸੰਪਰਦਾਵਾਂ ਟਕਸਾਲਾਂ ਵਿੱਚ ਕੋਈ ਮਰਜ਼ਾਦਾ ਆ ਰਹੀ ਆ, ਉਹਨਾਂ ਨੇ ਵੀ ਆਪ ਨਹੀਂ ਬਣਾਈ। ਉਹ ਪਰੰਪਰਾਗਤ ਜਿਵੇਂ ਤੁਰੀ ਆਉਂਦੀ ਹੈ, ਉਸੇ ਚੀਜ਼ ਦੀ ਪ੍ਰੋੜਤਾ ਵਿੱਚ ਉਹ ਕਰ ਰਹੇ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਸਮਾਂ ਸੰਪੂਰਨ ਹੋ ਗਿਆ। ਕਿ ਉਹ ਢਾਡੀ ਸਿੰਘ, ਉਹਨਾਂ ਨੇ ਵੀ, ਤੇ ਢਾਡੀ ਸਿੰਘਾਂ ਦਾ ਵੀ ਜਥਾ ਵੀ ਤਿੰਨਾਂ ਚਾਹੁੰਦਾ ਹੁੰਦਾ। ਤੇ ਜਦੋਂ ਬੋਲ ਕੇ ਹਟੀਦਾ ਤੇ ਫਿਰ ਸਾਰੀ ਸੰਗਤ ਚੱਲ ਜਾਂਦੀ ਹੈ, ਉਹ ਵਿਚਾਰੇ ਇਕੱਲੇ ਜਿਹਾ ਰਹਿ ਜਾਂਦੇ ਆ। ਤੇ ਬੇਨਤੀ ਹੈ ਵੀ ਤੁਸੀਂ ਥੋੜਾ ਟਾਈਮ, ਕਿਉਂਕਿ ਮੇਰੇ ਪਾਸ ਦਿਨ ਥੋੜੇ ਸੀ, ਕੱਲ ਵੀ
ਜਾਪ ਸੀ, ਬੜਾ ਚਿੱਤ ਸੀ, ਪ੍ਰੇਰਨਾ ਦਿੰਦੇ ਵੀ ਜਾਪ ਕਰੋ, ਭਜਨ ਕਰੋ। ਉਹ ਮੋਰੇ ਟਾਈਮ ਦਿੱਤੇ ਹੋਏ ਸੀ। ਦਿਨ ਅੱਜ ਦਾ ਸੀ ਆਖਰੀ। ਉਹ ਬਚਨ ਦੇਣ ਕਰਕੇ ਮੈਂ ਗਿਆ ਤੇ ਫਿਰ ਵੀ ਮਾਫੀ ਮੰਗਦਾ ਕਿ ਜਦੋਂ ਦੀਵਾਨ ਲੱਗਾ ਹੋਵੇ ਨਹੀਂ ਜਾਣਾ ਚਾਹੀਦਾ, ਪਰ ਉਹ ਜਦੋਂ ਬਚਨ ਦੇ ਦੇਈਏ ਉੱਤੇ ਫਿਰ ਫੁੱਲ ਚੜਾਉਣੇ ਪੈਂਦੇ ਆ। ਹੁਣ ਭਗਤ ਜਸਵੰਤ ਸਿੰਘ ਕੋ ਗਏ, ਉਹਨੇ ਫਿਰ ਬੜਾ ਲੰਮਾ, ਬੜੀ ਦੇਰ ਸਾਲਾਂ ਬਾਅਦ ਮਿਲੇ, ਪਰ ਕਰਨ ਬੜਾ ਤੋਰ ਲਿਆ। ਉਹ ਮਾਫੀ ਮੰਗੀ ਵੀ ਬਾਬਾ ਜੀ ਮਹਾਰਾਜ ਮੈਂ ਸੰਗਤ ਨੂੰ ਹੁਣ ਕੀ ਜਵਾਬ ਦਊਂਗਾ, ਟਾਈਮ ਹੋ ਗਿਆ। ਤੇ ਮਾਫੀ ਮੰਗ ਕੇ ਕੱਲ ਦੀ ਵੀ ਮਾਫੀ ਮੰਗ ਲੈਂਦੇ ਆ ਕਿ ਤੁਸੀਂ ਜਿਨ੍ਹਾਂ ਨੇ ਜਾਪ ਕੀਤਾ, ਜਾਪ ਕਰਵਾਇਆ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੀ ਸੰਗਤ ਸਭ ਨੂੰ ਜੀ ਆਇਆਂ ਤੇ ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਪ੍ਰਬੰਧਕਾਂ, ਸੰਗਤਾਂ ਦਾ, ਗ੍ਰੰਥੀ ਸਿੰਘ, ਰਾਗੀ ਸਿੰਘ, ਸਮੂਹ ਸੇਵਾਦਾਰ, ਛੋਟੇ ਵੱਡੇ ਸਾਰਿਆਂ ਦਾ ਬਹੁਤ ਧੰਨਵਾਦ। ਤੇ ਸੰਥਾ ਕਰਾ ਰਹੇ ਭਾਈ ਸਰਜੀਤ ਸਿੰਘ ਜੀ, ਉਧਰ ਭਾਈ ਜਸਵੰਤ ਸਿੰਘ ਤੇ ਸੋਧੀ ਸਾਹਿਬ ਵੀ ਕਿਰਪਾ ਕਰ ਜਾਂਦੇ ਆ, ਇਹਨਾਂ ਦਾ ਵੀ ਧੰਨਵਾਦ। ਤੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਸ਼ੁੱਧ ਪਾਠ ਸੰਥਿਆ ਕਰਦੇ ਆ, ਉਹਨਾਂ ਦਾ ਵੀ ਬਈ ਧੰਨਵਾਦ ਆ। ਤੇ ਜਿਨ੍ਹਾਂ ਨੇ ਆਪਣੇ ਅੱਜ ਪ੍ਰਸ਼ਨ ਵਗੈਰਾ ਕੱਲ ਪਰਸੋਂ ਤੋਂ ਹੁੰਦੇ ਆ, ਬੜੀ ਖੁਸ਼ੀ ਹੈ, ਪੁੱਛਣਾ ਚਾਹੀਦਾ, ਸਾਡਾ ਵੀ ਫਰਜ਼ ਹੈ ਦੱਸਣ ਦਾ, ਦੱਸਣਾ ਵੀ ਚਾਹੀਦਾ। ਸੋ ਇਸ ਕਰਕੇ ਸਮੁੱਚੇ ਰੂਪ 'ਚ ਆਪ ਸਾਰਿਆਂ ਦਾ ਧੰਨਵਾਦ। ਬੇਨਤੀ ਕਰਨ ਦਾ ਪ੍ਰਯੋਜਨ ਇੰਨਾ ਹੀ ਆ ਕਿ ਖਾਲਸਾ ਪੰਥ ਵਿੱਚ ਏਕਤਾ ਹੋਵੇ, ਇਤਫਾਕ ਹੋਵੇ, ਚੜ੍ਹਦੀ ਕਲਾ ਹੋਵੇ। ਜਿਵੇਂ ਇੱਕ ਬ੍ਰਿਕਸ਼ ਦੀਆਂ ਸ਼ਾਖਾਂ ਆ, ਸ਼ਾਖਾ ਨਾਲ ਬ੍ਰਿਕਸ਼ ਹੈ, ਪੱਤੇ ਹੈ, ਫੋਲਿਆ ਤੇ ਫਲ ਲੱਗਦਾ। ਜੋ ਟਾਹਣੀਆਂ ਕੱਟ ਦਈਏ ਤੇ ਉਹ ਬ੍ਰਿਕਸ਼ ਇੱਕ ਠੂਠ ਰਹਿ ਜਾਂਦਾ। ਇਸ ਤਰ੍ਹਾਂ ਜਿੰਨੀਆਂ ਵੀ ਸਿੱਖਾਂ ਦੀਆਂ ਸੰਪਰਦਾਵਾਂ, ਇਹ ਗੁਰਸਿੱਖੀ ਬ੍ਰਿਕਸ਼ ਦੀਆਂ ਸ਼ਾਖਾਂ ਆ। ਆਹ ਨਹੀਂ ਚੰਗਾ, ਆਹ ਨਹੀਂ ਚੰਗਾ, ਇਸੇ ਚੀਜ਼ 'ਚ ਅਸੀਂ ਲੱਗ ਪਏ ਹਾਂ। ਤੇ ਬਾਕੀ ਇਹ ਹੈ ਕਿ ਜਿੰਨੀਆਂ ਵੀ ਸੰਪਰਦਾਵਾਂ, ਸਾਡਾ ਤਾਂ ਸਾਰਿਆਂ ਨੇ ਪ੍ਰੇਮ ਹੈਗਾ ਤੇ ਆਪਾਂ ਨੂੰ ਰਲ ਮਿਲ ਕੇ, ਕੱਲ ਸਿੰਘਾਂ ਨੂੰ ਵੀ ਇਹੀ ਬੇਨਤੀ ਉੱਥੇ ਅਮਰੀਕਾ 'ਚ ਵੀ, ਕਿ ਆਪਾਂ ਰਲ ਕੇ ਚੱਲੀਏ ਪਿਆਰ ਦੇ ਨਾਲ। ਜੇ ਕੋਈ ਹੈ ਉਹ ਬਹਿ ਕੇ ਇੱਕ ਦੂਜੇ ਦਾ ਸ਼ੰਕਾ ਨਿਵਾਰਨ ਕਰੀਏ, ਮੀਡੀਏ ਜਾਂ ਅਖਬਾਰਾਂ ਵਿੱਚ ਜਾ ਕੇ ਨਾ ਕਰੀਏ। ਕੌਮ ਦਾ ਨੁਕਸਾਨ ਅੱਗੇ ਬਹੁਤ ਹੋਇਆ, ਹੋ ਵੀ ਰਿਹਾ। ਇਹ ਤੋਂ ਬਚਣ ਵਾਸਤੇ ਸਾਨੂੰ ਸਾਰਿਆਂ ਨੂੰ ਬੜੀ ਵਿਚਾਰ ਔਰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਸਾਰੇ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।